ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨਾਂ, ਟੋਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 15 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੰਕਟ ਦੀ, ਜਿਸ ਦੀ ਆਪਾਂ ਚਰਚਾ ਕੱਲ ਵੀ ਕੀਤੀ ਸੀ। ਸੰਕਟ ਕਹਿੰਦੇ ਵੱਡਾ ਤੇ ਇੰਨਾ ਕੁ ਵੱਡਾ ਕਿ ਬੈਂਕ ਨਿਕਾਸੀ ਤੱਕ ਦੇ ਉੱਤੇ ਅਸਰਅੰਦਾਜ਼ ਹੋ ਗਿਆ ਜੀ। ਪ੍ਰਵੀਨ ਜੀ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਨਹੀਂ, ਦੋ ਨਹੀਂ, 7 ਤਰ੍ਹਾਂ ਦੀਆਂ ਪਾਬੰਦੀਆਂ ਮੁਲਕ ਤੇ ਲਾਉਣ ਦੀ ਕਵਾਇਦ ਕੀਤੀ ਜਾਂ ਗੱਲ ਕੀਤੀ, ਹਾਂਜੀ, ਉਸ ਤੋਂ ਬਾਅਦ ਹੀ ਸਾਰੇ ਖੇਤਰਾਂ ਦੇ ਵਿੱਚ ਇੱਕ ਨਵਾਂ ਸੰਕਟ ਪੈਦਾ ਹੋਇਆ। ਉਹਨਾਂ ਨੇ ਜਿਹੜੀਆਂ 7 ਗੱਲਾਂ ਕੀਤੀਆਂ, ਉਹਨਾਂ ਦੇ ਵਿੱਚ 2-3 ਗੱਲਾਂ ਕਾਫੀ ਪ੍ਰਚਲਿਤ ਨੇ। ਜਦੋਂ ਕਿ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਕਿਹਾ ਵੀ ਕਿ ਇੱਕ ਤਾਂ ਵਰਕ ਫਰੋਮ ਹੋਮ ਵੱਲ ਨੂੰ ਜਾਣਾ ਪਊਗਾ ਜੀ। ਪਰ ਉਹ ਕਾਫੀ ਹੱਦ ਤੱਕ ਹੋ ਰਿਹਾ ਹੈ। IT ਕੰਪਨੀਆਂ 'ਚ, ਸਰਕਾਰੀ ਅਦਾਰਿਆਂ 'ਚ, ਕਈ ਥਾਵਾਂ ਤੇ ਕਾਫੀ ਪ੍ਰਭਾਵਿਤ ਹੋ ਗਿਆ। ਫਿਰ ਉਹ ਕਹਿੰਦੇ 1 ਸਾਲ ਦੇ ਲਈ ਆਪਣੀਆਂ ਸੈਰਾਂ, ਵਿਦੇਸ਼ੀ ਉਡਾਨਾਂ, ਇਹ ਸਾਰਾ ਕੁਝ ਟਾਲ ਦਿਓ। ਉਹਦਾ ਅਸੀਂ ਦੇਖ ਰਹੇ ਹਾਂ ਕਿ ਅੰਤਰਰਾਸ਼ਟਰੀ ਉਡਾਨਾਂ ਤੱਕ ਰੱਦ ਹੋਣ ਲੱਗ ਪਈਆਂ। ਏਅਰ ਇੰਡੀਆ ਨੇ ਆਪਣੀਆਂ ਕਿੰਨੀਆਂ ਉਡਾਨਾਂ ਰੱਦ ਕਰਤੀਆਂ, ਕਿੰਨੀਆਂ ਘਟਾਤੀਆਂ, ਤੇ ਹੋਰ ਵੀ ਕੰਪਨੀਆਂ ਇਸੇ ਤਰ੍ਹਾਂ ਕਰ ਰਹੀਆਂ ਨੇ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘੱਟ ਕਰੋ ਜੀ, ਸਵਦੇਸ਼ੀ ਅਪਣਾਓ। ਇਹ ਤਾਂ ਚਲੋ ਉਹਨਾਂ ਦਾ ਪੁਰਾਣਾ ਫਾਰਮੂਲਾ ਵੀ ਹੈਗਾ ਵੀ ਸਮਝੌਤੇ ਤੁਸੀਂ ਕਰਦੇ ਫਿਰਦੇ ਹੋ ਬਾਹਰਲੇ ਮੁਲਕਾਂ ਨਾਲ, ਹੈ ਨਾ, ਲੋਕਾਂ ਨੂੰ ਕਹੀ ਜਾਂਦੇ ਹੋ ਕਿ ਵਿਦੇਸ਼ੀ ਚੀਜ਼ਾਂ ਨਾ ਅਪਣਾਓ। ਤੇ ਫਿਰ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਆਰਗੈਨਿਕ ਖੇਤੀ ਜੀ। ਹੁਣ ਇਹ ਸੁਣਨ ਨੂੰ, ਕਹਿਣ ਨੂੰ ਬੜੀ ਚੰਗੀ ਗੱਲ ਲੱਗਦੀ, ਅਸਲ ਸੱਚਾਈ ਤਾਂ ਇਹ ਕਿ ਸਾਡੇ ਕੋਲ ਖਾਦ ਦਾ ਪ੍ਰਬੰਧ ਨਹੀਂ ਹੋ ਰਿਹਾ ਹੁਣ। ਸਹੀ ਹੈ, ਕਿਉਂਕਿ ਖਾਦ ਸਾਡੇ ਕੋਲ ਜਿੰਨੀ ਚਾਹੀਦੀ ਉਹਦੇ ਨਾਲੋਂ ਅੱਧਾ ਵੀ ਨਹੀਂ ਹੈ ਪੂਰੀ। ਸੋ ਇਸ ਲਈ ਵੱਡਾ ਸੰਕਟ ਖੜਾ ਹੈ ਇਸ ਮੌਕੇ। ਤੇ ਫਿਰ ਤੁਸੀਂ ਕਹਿੰਦੇ ਹੋ ਵੀ ਕਿ ਸੋਨਾ ਨਾ ਖਰੀਦੋ, ਤੇ ਰਿਪੋਰਟਾਂ ਇਹ ਕਹਿੰਦੀਆਂ ਕਿ ਸਰਕਾਰਾਂ ਵੱਖ-ਵੱਖ ਮੁਲਕ ਆਪਣੇ ਆਪਣੇ ਭੰਡਾਰ ਭਰ ਰਹੀਆਂ ਨੇ ਸੋਨੇ ਦੇ, ਤੇ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਕਿ ਖਰੀਦੋ ਨਾ। ਤੇ ਇਹਦੇ ਕੀ ਅਰਥ ਨੇ, ਕੀ ਮਾਇਨੇ ਨੇ, ਹਨਾ? ਇਹ ਆਪਣੇ ਆਪ ਚ ਆਰਥਿਕ ਲੋਕ ਕਾਫੀ ਚਿੰਤਤ ਇਸੇ ਮਹਿਸੂਸ ਕਰਦੇ ਨੇ ਜੀ। ਫਿਰ ਤੁਸੀਂ ਕਹਿੰਦੇ ਹੋ ਗੈਸ ਤੇਲ ਦਾ ਸੰਕਟ ਤਾਂ ਹੈਗਾ, ਸਾਡੇ ਕੋਲ ਖੂਹ ਨਹੀਂ ਹੈ, ਪਰ ਪਕਾਉਣ ਵਾਲੇ ਤੇਲ ਦਾ ਵੀ ਸੰਕਟ ਹੈ। ਖਾਣ ਵਾਲਾ ਤੇਲ ਵੀ ਘੱਟ ਵਰਤੋ, ਹੈ ਨਾ? ਤੇ ਇਹ ਤੋਂ ਅਰਥ ਕੀ ਲਾਇਆ ਜਾਵੇ ਜਦੋਂ ਲੋਕਾਂ ਨੂੰ ਕਿਹਾ ਜਾਵੇ ਕਿ ਰੱਜ ਕੇ ਖਾਓ ਵੀ ਨਾ? ਇਹਦਾ ਮਤਲਬ ਸਰਕਾਰ ਦੀ ਸਥਿਤੀ ਕਿਹੋ ਜਿਹੀ ਹੋ ਗਈ ਹੈ ਜੀ। ਸਹੀ ਹੈ। ਫਿਰ ਇਹਦੇ ਦਰਮਿਆਨ ਹੀ ਤੁਸੀਂ ਲੋਕਾਂ ਨੂੰ ਇਹ ਵੀ ਕਿਹਾ ਕਿ ਆਪਣੀਆਂ ਕਾਰਾਂ, ਗੱਡੀਆਂ ਨਾ ਚਲਾਓ, ਕੂਲ ਕਰਕੇ ਜਾਓ, ਬਾਹਰ ਨਾ ਨਿਕਲੋ। ਤੇ ਇਹ ਸੰਕੇਤ ਸੀਗਾ ਕਿ ਸਾਡੇ ਕੰਟਰੋਲ ਚੋਂ ਨਿਕਲਦਾ ਜਾ ਰਿਹਾ, ਸਾਨੂੰ ਮਹਿੰਗਾ ਕਰਨਾ ਪੈਣਾ। ਮਹਿੰਗਾਈ ਦੀ ਸ਼ੁਰੂਆਤ ਕੀ ਹੋਗੀ ਜੀ। ਹੁਣ ਇਹ 7 ਨੁਕਤੇ ਸੀ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਸੁਚੇਤ ਕੀਤੇ। ਜਿੱਥੇ ਜਿੱਥੇ BJP ਸਰਕਾਰ ਸੀ ਉੱਥੇ ਉੱਥੇ ਠੀਕ ਹੈ, ਪਹਿਲਕਦਮੀ ਕਰਕੇ ਕਾਫਲੇ ਘਟਾਉਣ ਦਾ ਨਾਟਕ ਹੋਇਆ, ਸਾਰਾ ਕੁਛ ਹੋਇਆ। ਪਰ ਜਿਹੜਾ ਅਸਰ ਹੈ ਉਹਨੂੰ ਇੱਕ ਵੱਖਰੇ ਤਰੀਕੇ ਨਾਲ ਸਮਝਣ ਦੀ ਲੋੜ ਹੁੰਦੀ ਹੈ। ਮੈਂ ਫਿਰ ਪਿਛਲੇ 2 ਦਿਨਾਂ ਤੋਂ ਪ੍ਰਵੀਨ ਜੀ, ਜਿਹੜੇ ਆਰਥਿਕ ਮਾਹਰ ਨੇ, ਜਿਹੜੇ ਵੱਖ-ਵੱਖ ਮੁਲਕਾਂ ਦੇ ਇਹ ਸਥਿਤੀਆਂ ਨੂੰ ਸਟੱਡੀ ਕਰਦੇ ਨੇ, ਮੈਂ ਉਹਨਾਂ ਨੂੰ ਪੜ੍ਹ ਲਿਖ ਰਿਹਾ ਸੀ ਜੀ। ਠੀਕ ਹੈ। ਉਹਦੇ ਵਿੱਚ 2-3 ਨੁਕਤੇ ਬੜੇ ਗੌਰ ਕਰਨ ਵਾਲੇ ਨੇ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇਕਨੋਮਿਕਲੀ ਸੰਕਟ ਕਿੰਨਾ ਵੱਡਾ ਹੋ ਸਕਦਾ ਹੈ, ਇਹਦਾ ਅੰਦਾਜ਼ਾ ਤੁਹਾਨੂੰ ਨਕਦ ਨਿਕਾਸੀ ਤੋਂ ਦੇਖਣ ਦੀ ਲੋੜ ਹੁੰਦੀ ਹੈ ਕਿ ਨਕਦ ਮਨੀ ਲੋਕਾਂ ਦੇ ਹੱਥਾਂ 'ਚ ਕਿੰਨੀ ਘੁੰਮ ਰਹੀ ਹੈ, ਕਿਸ ਦਰ 'ਚ ਹੈ। ਸਹੀ ਹੈ। ਇੱਕ ਤਾਂ ਹੈਗੀ ਕਿ ਉਹ ਕਰੰਸੀ ਜਿਹੜੀ ਬੋਰੀਆਂ 'ਚ ਪਾ ਕੇ ਰੱਖੀ ਹੋਈ ਹੈ, ਅਲਮਾਰੀਆਂ 'ਚ ਪਾ ਕੇ ਰੱਖੀ ਹੋਈ ਹੈ, ਇੱਕ ਤਾਂ ਉਹ ਕਰੰਸੀ ਹੈ। ਇੱਕ ਹੈ ਜਿਹੜੀ ਖੁੱਲੇ ਬਾਜ਼ਾਰ 'ਚ ਚੱਲਦੀ ਹੈ। ਅੱਜ ਤੁਹਾਡੀ ਜੇਬ 'ਚ, ਕੱਲ ਨੂੰ ਕਿਸੇ ਹੋਰ ਦੀ ਜੇਬ 'ਚ, ਅੱਜ ਦੁਕਾਨਦਾਰ ਕੋਲ, ਕੱਲ ਨੂੰ ਵਪਾਰੀ ਕੋਲ, ਕੱਲ ਨੂੰ ਕਾਰੋਬਾਰੀ ਕੋਲ, ਫਿਰ ਕਮਾਉਣ ਵਾਲੇ ਦਿਹਾੜੀਦਾਰ ਕੋਲ, ਫਿਰ ਦੁਬਾਰਾ ਬਾਜ਼ਾਰ 'ਚ ਜਿਹੜੀ ਸਰਕਲ ਹੁੰਦੀ ਹੈ। ਸਹੀ ਹੈ।
ਹੁਣ ਉਹਦੇ ਵਿੱਚੋਂ ਇੱਕ ਉਹ ਹੁੰਦੀ ਹੈ ਕਿ ਜਿਹੜੇ ਆਮ ਸਧਾਰਨ ਲੋਕ ਨੇ, ਮਤਲਬ ਜੇ ਮੈਂ ਭਾਰਤ ਦੀ 90% 95% ਆਬਾਦੀ ਦੀ ਗੱਲ ਕਰਾਂ, ਹਾਂਜੀ ਤਾਂ ਉਹ ਜਿਹੜੇ ਮਤਲਬ ਕਿ ਗੂਗਲ ਪੇ, ATM ਤੋਂ ਬਿਨਾਂ ਵੀ ਚਾਹੁੰਦੇ ਨੇ ਕਿ ਸਾਡੀ ਜੇਬ 'ਚ ਪੈਸਾ ਹੋਵੇ। ਤੇ ਫਿਰ ਉਹ ਰੂਟੀਨ ਦੇ ਵਿੱਚ ਛਮਾਹੀ ਤਮਾਹੀ ATM ਚੋਂ, ਬੈਂਕ ਚੋਂ ਜਾ ਕੇ ਕਢਾਉਂਦੇ ਨੇ। ਤੇ ਜਦੋਂ ਮੈਂ ਉਹ ਆਰਥਿਕ ਮਾਹਿਰਾਂ ਦਾ ਇਹ ਨੁਕਤਾ ਪੜ੍ਹਿਆ ਕਿ ਵੀ ਤੁਹਾਡੀ ਨਕਦ ਨਿਕਾਸੀ ਦੀ ਕੀ ਪ੍ਰਕਿਰਿਆ, ਉਹਦੇ ਉੱਤੇ ਸੰਕਟ ਦਾ ਪਤਾ ਲੱਗਦਾ, ਹਾਂਜੀ, ਤਾਂ ਮੈਂ ਪੰਜਾਬ ਦੇ ਕਈ ਪਿੰਡਾਂ 'ਚੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਥਿਤੀ ਕੀ ਹੈ। ਤਾਂ ਖਬਰ ਇਹ ਮਿਲੀ ਕਿ ਬੈਂਕ ਕੋਲ ਜੇ 10 ਬੰਦੇ ਪੈਸੇ ਕਢਾਉਣ ਆਉਂਦੇ ਨੇ ਤਾਂ ਉਹਨਾਂ ਚੋਂ 3 ਜਾਂ 4 ਨੂੰ ਦਿੰਦੇ ਨੇ, 6-7 ਨੂੰ ਮੋੜਨ ਲੱਗ ਪਏ। ਤੇ ਉਹ 3-4 ਨੂੰ ਕਈ ਵਾਰ ਪੂਰੇ ਨਹੀਂ ਦਿੰਦੇ। ਬੰਦਾ 20,000 ਲੈ ਕਢਾਉਣਾ, ਉਹਨੂੰ ਕਹਿੰਦੇ 10,000 ਕਢਾ ਲੈ, ਬਾਕੀ ਕੱਲ ਨੂੰ ਲੈ ਲਈ, ਅੱਜ ਘੱਟ ਆਈ ਆ ਕਰਨ। ਸੋ ਇਹਦਾ ਮਤਲਬ ਕੀ ਆ? ਗੂਗਲ ਪੇ ਰਾਹੀਂ, ATM ਰਾਹੀਂ, ਐਪ ਰਾਹੀਂ, ਚੈੱਕ ਰਾਹੀਂ, ਤੁਸੀਂ ਨੈਟ ਟ੍ਰਾਂਜੈਕਸ਼ਨ ਰਾਹੀਂ ਕਰੀ ਜਾਓ। ਉਹ ਤਾਂ ਮਤਲਬ ਅੰਕੜਿਆਂ ਦੀ ਉਹ ਖੇਡ ਹੈ ਨਾ ਕਿ ਇਧਰੋਂ ਉਧਰ ਚਲ ਗਏ, ਉਧਰੋਂ ਉਧਰ। ਬਿਲਕੁਲ। ਅਸਲੀ ਤਾਂ ਇਹ ਹੈ ਕਿ ਤੁਸੀਂ ਜੇ ਨਕਦ ਕਢਾਉਣ ਜਾਓ ਤਾਂ ਤੁਹਾਨੂੰ ਜੇ ਨਹੀਂ ਮਿਲ ਰਿਹਾ, ਪਿੰਡਾਂ 'ਚ ATM 'ਚ ਵੀ ਦਿੱਕਤ ਆਉਣ ਲੱਗ ਪਈ। ਤੇ ਪਿੰਡਾਂ ਦੇ ਵਿੱਚ ਇਹਦਾ ਮਤਲਬ ਕਿ ਜੇ ਬੈਂਕ ਕੈਸ਼ੀਅਰ ਪੈਸੇ ਨਹੀਂ ਕੱਢ ਕੇ ਦੇ ਰਿਹਾ, ਇਹਦਾ ਮਤਲਬ ਨਕਦ ਕਰੰਸੀ ਦੇ ਉੱਤੇ ਸੰਕਟ ਖੜਾ ਹੈ ਕੋਈ। ਸਹੀ ਹੈ। ਇਹਦੇ ਬੜੇ ਅਰਥ ਨੇ। ਫਿਰ ਮੈਂ ਉਹ ਤੋਂ ਅਗਲਾ ਪੜ੍ਹਿਆ ਕਿ ਫਿਰ ਲੋਕ ਕੀ ਕਰਨ। ਉਹ ਕਹਿੰਦੇ ਵੀ ਤੁਹਾਨੂੰ ਐਮਰਜੈਂਸੀ ਫੰਡ ਆਪਣੇ ਵਧਾ ਕੇ ਰੱਖਣੇ ਪੈਣੇ। ਠੀਕ ਹੈ। ਜੇ ਤੁਸੀਂ 1,00,000-2 ਲੱਖ ਰੁਪਏ ਐਮਰਜੈਂਸੀ ਫੰਡ ਰੱਖਦੇ ਹੋ ਤਾਂ ਤੁਹਾਡੇ ਕੋਲ 5 ਤੋਂ 7 ਲੱਖ ਐਮਰਜੈਂਸੀ ਫੰਡ ਹੋਣਾ ਚਾਹੀਦਾ। ਠੀਕ ਹੈ। ਤੇ ਜੇ ਤੁਸੀਂ ਇੰਸ਼ੋਰੈਂਸ ਹੈਲਥ ਕਰਾਈ ਹੋਈ ਹੈ, ਠੀਕ ਹੈ। ਜੇ ਨਹੀਂ ਕਰਾਈ ਹੋਈ ਤਾਂ ਤੁਹਾਨੂੰ ਐਮਰਜੈਂਸੀ ਹੈਲਥ ਫੰਡ ਵੀ ਰੱਖਣੇ ਪੈਣੇ ਆ। ਠੀਕ ਹੈ ਜੀ। ਉਹਨੇ ਇੱਕ ਉਦਾਹਰਨ ਨਾਲ ਸਮਝਾਇਆ ਉਸ ਮਾਹਰ ਨੇ ਕਿ ਉਹ ਕਹਿੰਦਾ ਵੀ ਜੇ ਤੁਹਾਡੇ ਘਰ ਦਾ ਖਰਚਾ ਮੰਨ ਲਓ 50,000 ਰੁਪਇਆ ਮਹੀਨਾ ਹੈ, ਤਾਂ ਤੁਹਾਡੇ ਕੋਲ ਅਗਲੇ 6 ਮਹੀਨੇ ਦਾ ਘਰੇਲੂ ਖਰਚਾ ਐਡਵਾਂਸ 'ਚ ਲਗਭਗ 3 ਲੱਖ ਰੁਪਇਆ ਘਰੇ ਪਿਆ ਹੋਵੇ। ਠੀਕ ਹੈ। ਅੱਛਾ। ਇਹ ਜਦੋਂ ਇਹੋ ਜਿਹੇ ਸੰਕੇਤ ਆਉਣ ਲੱਗ ਜਾਣ, ਇਕਨੋਮਿਕ ਮਾਹਰ ਇਹੋ ਜਿਹੇ ਲੇਖ ਲਿਖਣ ਲੱਗ ਜਾਣ, ਤਾਂ ਇਹਦਾ ਮਤਲਬ ਦੇਸ਼ ਦੇ ਵਿੱਚ ਸੰਕਟ ਕਿੰਨਾ ਗੰਭੀਰ ਹੈ। ਸਾਡੀਆਂ ਸਰਕਾਰਾਂ ਉਸ ਨੂੰ ਮੰਨਣ ਲਈ ਤਿਆਰ ਨਹੀਂ। ਜੇ ਮੰਨਣ ਵਾਲੀ ਸਥਿਤੀ ਹੁੰਦੀ ਤਾਂ ਤੁਹਾਡੇ ਲਈ 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਮੁਲਕ ਹੁੰਦਾ। ਸਹੀ ਹੈ। ਪਰ ਤੁਸੀਂ ਨਾ ਲੋਕਾਂ ਦੀ ਫਿਕਰ ਕੀਤੀ, ਨਾ ਮੁਲਕ ਦੀ। ਪਹਿਲਾਂ ਚੋਣਾਂ ਲਈ ਦੱਬ ਕੇ ਕੰਮ ਕੀਤਾ, ਤੇ ਜਿੱਦਾਂ ਹੀ ਚੋਣਾਂ ਮੁੱਕੀਆਂ ਫਿਰ ਤੁਹਾਨੂੰ ਇਹ ਸੰਕਟ ਦਿਖਣ ਲੱਗ ਪਿਆ। ਤਦ ਵੀ ਤੁਸੀਂ ਬਤੌਰ ਪ੍ਰਧਾਨ ਮੰਤਰੀ ਉਹਨੂੰ ਐਡਰੈਸ ਨਹੀਂ ਕਰ ਰਹੇ, ਤੁਸੀਂ ਬਤੌਰ BJP ਲੀਡਰ ਐਡਰੈਸ ਕਰ ਰਹੇ ਹੋ ਜੀ। ਸੋ ਕਿਤੇ ਵੀ ਕੋਈ ਪਲੈਨਿੰਗ ਨਹੀਂ ਦਿਖਦੀ ਸਰਕਾਰ ਦੀ ਕਿ ਕਿਸੇ ਯੋਜਨਾ ਤੇ ਕੋਈ ਜਾਂ ਕੰਮ ਕਰਦੇ ਦਿਖਦੇ ਹੋਣ। ਪਰ ਪ੍ਰਧਾਨ ਮੰਤਰੀ ਵੀ ਕੁਝ ਲੋਕਾਂ ਦੀ ਗੱਲ ਕਰਦੇ ਨੇ, ਆਰਥਿਕ ਮਾਹਰ ਵੀ ਕਹਿੰਦੇ ਨੇ ਕਿ ਜਿਹੜੇ ਵੀ ਤੁਹਾਡੇ ਖਰਚੇ ਟਾਲੇ ਜਾ ਸਕਦੇ ਨੇ ਅਗਲੇ 6 ਮਹੀਨੇ, ਸਾਲ ਲਈ ਟਾਲ ਲਓ, ਸੰਕਟ ਹੋਰ ਗਹਿਰਾ ਤੇ ਹੋਰ ਡੂੰਘਾ ਹੋ ਸਕਦਾ। ਜੀ। ਤੇ ਹੁਣ ਇਸੇ ਸੰਕਟ ਦੀ ਮਾਰ ਦੀ ਗੱਲ ਕਰ ਲਈਏ ਆਪਾਂ, ਕਹਿੰਦੇ ਮਹਿੰਗੇ ਪੈਟਰੋਲ ਡੀਜ਼ਲ ਦੀ ਮਾਰ ਕਿਸਾਨਾਂ ਤੋਂ ਲੈ ਕੇ ਤੇ ਆਮ ਲੋਕਾਂ ਤੱਕ ਵੀ ਹੋਣ ਲੱਗ ਪਈ ਹੈ ਜੀ। ਪ੍ਰਵੀਨ ਜੀ, 27 ਫਰਵਰੀ ਨੂੰ $71 ਪ੍ਰਤੀ ਬੈਰਲ ਸੀਗਾ ਕੱਚਾ ਤੇਲ। $71-72 ਪ੍ਰਤੀ ਬੈਰਲ ਸੀ ਜੀ। ਤੇ ਅੱਜ ਦੀ ਤਰੀਕ 'ਚ $101 ਪ੍ਰਤੀ ਬੈਰਲ ਦੇ ਪਾਰ ਹੈ। ਠੀਕ ਹੈ। 27 ਫਰਵਰੀ ਤੋਂ ਲੈ ਕੇ ਅੱਜ ਦੀ ਤਰੀਕ ਤੱਕ ਅੱਧਾ ਮਈ ਟਪਾ ਲਿਆ ਆਪਾਂ। ਇਹਨਾਂ ਦਿਨਾਂ ਦਰਮਿਆਨ ਇਹ ਇੱਕ ਵਾਰ 112 ਤੇ ਵੀ ਗਿਆ, $114 ਪ੍ਰਤੀ ਬੈਰਲ ਵੀ ਗਿਆ, ਤੇ ਫਿਰ ਮੁੜ ਕੇ 100 ਦੇ ਗੇੜ 'ਚ ਆਇਆ, ਅੱਜ 101 ਦੇ ਗੇੜ ਦੇ ਵਿੱਚ ਹੈਗਾ। ਜਿੰਨਾ ਰੇਟ ਸਾਨੂੰ $72 ਪ੍ਰਤੀ ਬੈਰਲ ਤੇ ਮਿਲ ਰਿਹਾ ਸੀਗਾ ਪੈਟਰੋਲ ਡੀਜ਼ਲ, ਜੀ, ਉਹੀ ਰੇਟ ਸਾਡਾ ਅੱਜ ਵੀ ਚੱਲ ਰਿਹਾ। ਤੇ ਜਦੋਂ $65 ਪ੍ਰਤੀ ਬੈਰਲ ਸੀ ਤਦ ਵੀ ਸਾਨੂੰ ਇਸੇ ਰੇਟ ਤੇ ਮਿਲ ਰਿਹਾ ਸੀ। ਜੀ ਸਹੀ ਹੈ, ਬਿਲਕੁਲ। ਤੇ ਜਦੋਂ 100, 102, 112, 114 ਤੱਕ ਵੀ ਗਿਆ ਤਦ ਵੀ ਲਗਭਗ ਰੇਟ ਸੀ 114 ਤੇ ਜਾਣ ਤੇ ਫਿਰ ਉਹਨੇ 10 ਰੁਪਏ ਐਕਸਾਈਜ਼ ਡਿਊਟੀ ਘਟਾ ਕੇ ਉਹਨਾਂ ਨੂੰ ਰਾਹਤ ਦਿੱਤੀ ਕੰਪਨੀਆਂ ਨੂੰ। ਜੀ। ਪ੍ਰਵੀਨ ਜੀ, ਜੇ ਉਹਨਾਂ ਦਾ ਘਾਟਾ ਇੰਨਾ ਵੱਡਾ ਹੋਵੇ ਨਾ, ਇਹ ਪੰਪ ਬੰਦ ਕਰਕੇ ਭੱਜ ਜਾਣ। ਸਹੀ ਗੱਲ ਹੈ, ਬਿਲਕੁਲ। ਇਹ ਘਾਟਾ ਖਾਣ ਵਾਲੇ ਨਹੀਂ ਗੇ। ਨਾ। ਤੇ ਇਹਦੇ ਅਰਥ ਕੀ ਨੇ? ਇਹਦਾ ਮਤਲਬ ਤੁਸੀਂ $65, $67, $70, $72, $80, $90, $100 ਤੱਕ ਕਮਾਈ ਕੀਤੀ ਨਾ, ਮੋਟੀ ਮਲਾਈ ਖਾਧੀ ਨਾ। ਸਹੀ ਹੈ। ਤੇ ਜਦੋਂ ਤੁਹਾਨੂੰ ਲੱਗਦਾ ਤੁਸੀਂ ਰੌਲਾ ਪਾਉਂਦੇ, ਤੁਹਾਨੂੰ ਸਰਕਾਰ ਨੇ ਉਨੀ ਕੁ ਰਾਹਤ ਦਿੱਤੀ। ਹੁਣ ਵੀ ਕੰਪਨੀਆਂ ਦਮ ਭਰਦੀਆਂ ਕਿ ਸਾਡੇ ਲਈ ਤਾਂ ਜੀ ਅਜੇ ਘੱਟ ਹੈ, ਸਾਨੂੰ ਤਾਂ 16 ਰੁਪਏ ਪ੍ਰਤੀ ਲੀਟਰ ਪੈਟਰੋਲ, 18 ਰੁਪਏ ਪ੍ਰਤੀ ਲੀਟਰ ਡੀਜ਼ਲ ਤੱਕ ਮਹਿੰਗਾ ਕਰੋ। ਅੱਛਾ।
ਤੇ ਸਰਕਾਰ ਕਹਿੰਦੀ ਨਹੀਂ ਵੀ ਅਸੀਂ ਤਾਂ 3 ਰੁਪਏ ਵਧਾ ਦਿੰਨੇ ਆ। 3 ਰੁਪਏ ਡੀਜ਼ਲ ਵਧਾਤਾ, 3 ਰੁਪਏ ਪੈਟਰੋਲ ਵਧਾਤਾ ਤੇ 2 ਰੁਪਏ CNG ਵਧਾਤੀ। ਹੁਣ ਇਹਦਾ ਮਤਲਬ ਅਜੇ ਕੰਪਨੀਆਂ ਦਾ ਘਾਟਾ ਤਾਂ ਪੂਰਾ ਨਹੀਂ ਹੋਇਆ, ਤੇ ਫਿਰ ਜੇ ਕੰਪਨੀਆਂ ਦਾ ਘਾਟਾ ਪੂਰਾ ਨਹੀਂ ਹੋਇਆ ਫਿਰ ਇਹਦਾ ਮਤਲਬ ਇਹ ਅਜੇ ਗੋਲੀ ਦਿੱਤੀ ਹੈ, 5 ਦਿਨਾਂ ਦੀ ਕੋਈ ਦਵਾਈ ਦੇਣਗੇ। ਮਤਲਬ ਡਾਕਟਰ ਕੋਲ ਜਾਓ ਨਾ ਤੁਸੀਂ, ਕਈ ਵਾਰ ਉਹ ਕਹਿੰਦਾ ਵੀ ਜਾਂ ਤਾਂ ਟੀਕਾ ਲਵਾ ਲਾ, ਜੀ ਜੀ, ਨਹੀਂ ਫਿਰ 5 ਦਿਨ ਗੋਲੀਆਂ ਖਾਣੀਆਂ ਪੈਣੀਆਂ। ਹੁਣ ਜੇ ਤਾਂ ਇੱਕੋ ਵਾਰ ਟੀਕਾ ਲਾਉਂਦੇ ਫਿਰ ਤਾਂ ਇਹ 16-18 ਰੁਪਏ ਵਧਾ ਦਿੰਦੇ। ਹੁਣ ਇਹ ਬਾਰ-ਬਾਰ ਟੀਕਾ ਲਾਉਣਗੇ, ਬਾਰ-ਬਾਰ ਜਾਂ ਗੋਲੀ ਦੇਣਗੇ, ਮਤਲਬ 5 ਦਿਨਾਂ ਦੀ ਬੱਟੀ ਦੇਣਗੇ ਕਿ 3-3 ਰੁਪਏ 4-4 ਰੁਪਏ ਕਰਕੇ ਵਧਾ ਦਾਂਗੇ ਹੌਲੀ-ਹੌਲੀ, ਇਹਦਾ ਮਤਲਬ ਵਧੂਗਾ ਜੀ। ਪਰ ਜਿਹੜਾ ਹੁਣ ਵੀ ਵਧਿਆ ਇਹਦਾ ਅਸਰ ਕੀ ਸਰਕਾਰਾਂ ਆਪ ਚੱਕਣਗੀਆਂ? ਕਿ ਟਰਾਂਸਪੋਰਟ ਆਪ ਚੱਕ ਲੂਗੀ, ਚਾਹੇ ਉਹ ਟਰੱਕ ਵਾਲੀ ਹੋਵੇ ਤੇ ਚਾਹੇ ਉਹ ਟੈਕਸੀ ਵਾਲੀ ਹੋਵੇ, ਚਾਹੇ ਬੱਸ ਵਾਲੀ ਹੋਵੇ? ਸਹੀ ਹੈ, ਨਹੀਂ, ਇਹਦਾ ਅਸਰ ਵੀ ਆਮ ਲੋਕਾਂ ਤੇ ਪੈਣਾ। ਜੇ ਡੀਜ਼ਲ ਮਹਿੰਗਾ ਹੋ ਰਿਹਾ ਤਾਂ ਟਰੱਕ ਦਾ ਭਾੜਾ, ਟੈਂਪੂ ਦਾ ਭਾੜਾ ਵਧਣਾ, ਤੇ ਜੇ ਡੀਜ਼ਲ ਮਹਿੰਗਾ ਹੋ ਰਿਹਾ ਤਾਂ ਬੱਸ ਦਾ ਕਿਰਾਇਆ ਵਧਣਾ। ਜੇ ਪੈਟਰੋਲ, ਡੀਜ਼ਲ, CNG ਤਿੰਨੇ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਤਾਂ ਟੈਕਸੀ, ਕੈਬ ਦਾ ਰੇਟ ਵਧਣਾ। ਤੇ ਉਹ ਸਾਰਾ ਬੋਝ ਕਿਹਦੇ ਤੇ ਪੈਣਾ ਜੀ? ਦੇਸ਼ ਦੇ ਆਮ ਲੋਕਾਂ ਤੇ, ਆਮ ਜਨਤਾ ਤੇ। ਡੀਜ਼ਲ ਮਹਿਜ ਟਰਾਂਸਪੋਰਟ ਦਾ ਕੰਮ ਨਹੀਂ ਕਰਦਾ, ਡੀਜ਼ਲ ਖੇਤੀ ਦੇ ਵਿੱਚ ਬਹੁਤ ਮਹੱਤਵਪੂਰਨ ਹੈ। ਟਰੈਕਟਰ ਤੋਂ ਲੈ ਕੇ ਪੰਪ ਤੱਕ, ਔਰ ਖਾਸ ਕਰਕੇ ਇਹਨਾਂ ਦਿਨਾਂ 'ਚ ਜਦੋਂ ਪੰਜਾਬ 'ਚ ਝੋਨਾ ਲੱਗਣਾ, ਸਹੀ ਹੈ, ਕੱਦੂ ਕਰਨ ਲਈ ਵੀ ਟਰੈਕਟਰ ਚੱਲਣਾ, ਤੇ ਉਹ ਤੋਂ ਬਾਅਦ ਤੁਹਾਡਾ ਜੇ ਬਿਜਲੀ ਨਹੀਂ ਆਉਂਦੀ, ਜਿਹਨਾਂ ਕੋਲ ਨਹੀਂ ਪ੍ਰਬੰਧ ਹੈਗਾ, ਉਹਨਾਂ ਨੇ ਪੰਪ ਵੀ ਚਲਾਉਣੇ ਆ, ਉਹ ਵੀ ਡੀਜ਼ਲ ਤੇ। ਡੀਜ਼ਲ ਦੀ ਖਪਤ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਕਿ 3 ਰੁਪਏ ਨਾਲੇ ਕਿੰਨੀ ਮਾਰ ਪੈਣੀ ਹੈ ਉਹਨਾਂ ਤੋਂ। ਉਹਨਾਂ ਦੀ ਖਰਚ ਦੀ ਲਾਗਤ ਤਾਂ ਵੱਧ ਗਈ ਜੀ, ਪਰ ਤੁਸੀਂ ਉਹਨਾਂ ਦੀ ਆਮਦਨ 'ਚ ਕੋਈ ਵਾਧਾ ਕੀਤਾ ਤਾਂ ਦੱਸ ਦਿਓ ਮੈਨੂੰ। ਮਤਲਬ ਰੂਟੀਨ ਦੇ ਵਿੱਚ ਵੀ ਜਿਹੜੇ ਵਾਧੇ ਹੁੰਦੇ ਨੇ ਉਹ ਵੀ ਨਿਗੂਣੇ ਹੁੰਦੇ ਨੇ, ਜਦੋਂ ਕਿ ਬਾਕੀਆਂ ਦੇ ਮਹਿੰਗਾਈ ਭੱਤਿਆਂ ਦੇ ਹਿਸਾਬ ਨਾਲ ਹੋਰ ਨੇ। ਜੇ ਅਸੀਂ ਸਰਕਾਰੀ ਮੁਲਾਜ਼ਮਾਂ ਦੇ ਹਵਾਲੇ ਨਾਲ ਦੇਖੀਏ ਤਾਂ ਇੱਥੇ ਉਹ ਵੀ ਨਹੀਂਗਾ। ਸਹੀ ਹੈ, ਪਰ ਇਹਨਾਂ ਤੋਂ ਹੀ ਸਮਾਨ ਲੈ ਕੇ ਜਿਹਨੇ ਦੁਕਾਨ ਤੇ, ਹੱਟੀ ਤੇ, ਫੈਕਟਰੀ ਚੋਂ ਕੱਢ ਕੇ ਵੇਚਣਾ, ਉਹਨੇ ਆਪਣੇ ਹਿਸਾਬ ਨਾਲ MSP ਲਿਖਣੀ ਹੈ ਜੀ। ਸਹੀ ਹੈ, ਬਿਲਕੁਲ। ਇਹ ਜਿਹੜਾ ਪਾੜਾ ਖੜਾ ਹੈ ਇਹਦੀ ਮਾਰ ਕਿਤੇ ਤੇ ਪੈਣੀ ਹੈ। ਸੋ ਕੁੱਲ ਮਿਲਾ ਕੇ ਕਿਸਾਨਾਂ ਤੇ, ਮਜ਼ਦੂਰਾਂ ਤੇ, ਆਮ ਲੋਕਾਂ ਤੇ, ਮਿਡਲ ਕਲਾਸ ਤੇ, ਉਹਨਾਂ ਲੋਕਾਂ ਤੇ ਸਾਰਿਆਂ ਤੇ ਮਾਰ ਪੈਣੀ ਹੈ ਜਨਾਬ। ਆਪਾਂ ਜਾਣਦੇ ਹਾਂ ਪ੍ਰਵੀਨ ਜੀ, ਆਪਾਂ ਪਿੰਡਾਂ ਵਾਲੇ ਹਾਂ। ਅੱਜ ਦੀ ਤਰੀਕ 'ਚ ਗੱਡੀ ਰੱਖਣਾ ਵੱਡਾ ਮਸਲਾ ਨਹੀਂਗਾ, ਗੱਡੀ ਨੂੰ ਰੋਜ਼ ਸੜਕ ਤੇ ਲੈ ਕੇ ਜਾਣਾ ਮਸਲਾ, ਵੱਡਾ ਮਸਲਾ। ਸਹੀ ਆ, ਖਰੀਦਣੀ ਨਹੀਂ। ਆਪਾਂ ਆਪਣੇ ਪਿੰਡਾਂ ਦੇ ਉਹਨਾਂ ਪਰਿਵਾਰਾਂ ਨੂੰ ਜਾਣਦੇ ਆ ਜਿਹੜੇ ਮੋਟਰਸਾਈਕਲ, ਐਕਟਿਵਾ ਵਗੈਰਾ ਜਿਹੜਾ ਆਉਂਦਾ ਉਹਦੇ ਨਾਲ ਇਹ ਮਹੀਨੇ ਦੇ 15-15, 20-20 ਦਿਨ ਕੱਢ ਦਿੰਦੇ ਨੇ, ਤੇ ਜੇ ਰਿਸ਼ਤੇਦਾਰੀ 'ਚ ਭੋਗ ਵਿਆਹ ਤੇ ਕਿਤੇ ਜਾਣਾ, ਉਦਣੇ ਘਰੋਂ ਗੱਡੀ ਨਿਕਲਦੀ ਹੈ। ਹਾਂਜੀ ਹਾਂਜੀ, ਬਿਲਕੁਲ ਏਦਾਂ ਹੀ। ਜਾਂ ਸ਼ਹਿਰ ਕੋਈ ਸਮਾਨ ਲੈਣ ਜਾਣਾ, ਉਦਣ ਗੱਡੀ ਨਿਕਲਦੀ ਹੈ ਜਦੋਂ 4 ਜੀਆਂ ਨੇ ਜਾਣਾ ਹੋਵੇ। ਇਕੱਲਾ ਬੰਦਾ ਆਮ ਪਰਿਵਾਰਾਂ 'ਚੋਂ, ਆਪਣਾ ਸਧਾਰਨ ਛੋਟਾ ਕਿਸਾਨ ਪਰਿਵਾਰ ਵੀ ਗੱਡੀ ਨਹੀਂ ਕੱਢਦਾ, ਨਹੀਂ, ਕਾਰ ਨਹੀਂ ਲੈ ਕੇ ਖੜੀ, ਚਾਹੇ ਹਰੇਕ ਦੇ ਆ। ਸੋ ਇਸ ਲਈ ਉਹ ਸਾਰੇ ਹੁਣ ਇਸ ਮਾਰ 'ਚ ਆਉਣਗੇ। ਇਹ ਵੱਡਾ ਸੰਕਟ ਹੈ, ਪਰ ਇਹ ਮਹਿੰਗਾਈ ਦਾ ਟੀਕਾ ਹੋਰ ਲੱਗਣਾ। ਤੁਹਾਡੇ ਰੁਜ਼ਗਾਰ ਖੁੱਸਣ ਦਾ ਡਰ ਖੜਾ ਹੈ। ਚੁੱਲ੍ਹਾ ਮਹਿੰਗਾ ਹੋ ਗਿਆ, ਤੇਲ ਮਹਿੰਗਾ ਹੋ ਗਿਆ, ਆਉਣਾ ਜਾਣਾ ਮਹਿੰਗਾ ਹੋ ਗਿਆ, ਖਾਣਾ ਪਕਾਉਣਾ ਮਹਿੰਗਾ ਹੋ ਗਿਆ, ਤੇ ਅਜੇ ਮਾਰ ਦਾ ਖਤਰਾ ਹੋਰ ਪਿਆ। ਤੇ ਫਿਰ ਇਹ ਸਿਆਣੇ ਦਿਮਾਗਾਂ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਵਿਸ਼ਵ ਗੁਰੂ ਹਾਂ, ਇਹ ਮਸਲੇ ਹੱਲ ਦੂਰਿਆਂ ਦੇ ਕੀ ਕਰਨਗੇ ਜਿਹਨਾਂ ਤੋਂ ਆਪਣੇ ਗੁਆਂਢ ਵਾਲਿਆਂ ਨਾਲ ਮਸਲੇ ਹੱਲ ਨਹੀਂ ਹੁੰਦੇ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਬਾਰੇ। ਕਹਿੰਦੇ ਨਵੇਂ ਜਨਮੇ ਜਿਹੜੇ ਅਕਾਲੀ ਦਲ ਆ ਉਹਨਾਂ ਦੇ ਵਿੱਚ ਗੱਠਜੋੜ ਤੋਂ ਪਹਿਲਾਂ ਹੀ ਟੁੱਟ ਭੱਜ ਹੋ ਗਈ ਜੀ। ਬਿਲਕੁਲ ਜੀ, ਇਹ ਕੱਲ ਪੁਨਰ ਸਰਜੀਤ ਦੀ ਇੱਕ ਅਹੁਦੇਦਾਰਾਂ ਦੀ ਗੰਭੀਰ ਬੈਠਕ ਸੀ ਜੀ, ਮੰਥਨ ਚਿੰਤਨ ਬੈਠਕ ਸੀ, ਕਹਿੰਦੇ ਕਾਫੀ ਵੱਡੀ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕੰਮ ਕੀਤਾ ਵੀ ਕਿ ਅਸੀਂ ਸੁਰਜੀਤ ਸਿੰਘ ਰੱਖੜਾ ਨੂੰ ਸਸਪੈਂਡ ਕਰਦੇ ਹਾਂ। ਠੀਕ ਹੈ ਜੀ। ਮਤਲਬ ਇਸ ਗੱਲ ਨੇ ਮੋਹਰ ਲਾਤੀ ਕਿ ਸੁਰਜੀਤ ਸਿੰਘ ਰੱਖੜਾ ਤਾਂ ਆਮ ਆਦਮੀ ਪਾਰਟੀ 'ਚ ਗਏ। ਵੈਸੇ ਇਹਦੀ ਤੇ ਮੋਹਰ ਤਾਂ ਸਮਾਣੇ 'ਚ ਲੱਗ ਗਈ ਕਿ ਜੋੜਾ ਮਾਜਰਾ ਮਤਲਬ ਕੱਲਾ ਫਿਰਦਾ ਹੈ, ਤੇ ਨਗਰ ਨਿਗਮ, ਨਗਰ ਕੌਂਸਲ ਦੀਆਂ ਜਿਹੜੀਆਂ ਟਿਕਟਾਂ ਨੇ ਸਮਾਣੇ ਦੇ ਵਿੱਚ, ਉਹ ਰੱਖੜੇ ਦਾ ਮੁੰਡਾ ਵੰਡ ਰਿਹਾ ਆਮ ਆਦਮੀ ਪਾਰਟੀ ਵੱਲੋਂ। ਸੋ ਇੱਥੋਂ ਹੀ ਲਾ ਲਓ ਕਿ ਚਲੋ ਸ਼ਮੂਲੀਅਤ ਵੀ ਹੋ ਸਕਦਾ, ਅੱਜ ਖਬਰ ਆ ਜਾਵੇ, ਕੱਲ ਨੂੰ ਆ ਜਾਵੇ। ਅੱਜ ਦੀ ਸੰਭਾਵਨਾ ਵੀ ਹੈਗੀ ਹੈ ਕਿ ਸ਼ਾਇਦ ਅੱਜ ਚਲੇ ਜਾਣ ਆਮ ਆਦਮੀ ਪਾਰਟੀ। ਪਰ ਸਵਾਲ ਇਹ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਹੈ ਤੇ ਰੱਖੜੇ ਦੇ ਕਹਿਣ ਅਨੁਸਾਰ ਮੈਂ ਦੱਸ ਕੇ ਗਿਆ ਕਿ ਅੱਜ ਮੀਟਿੰਗ 'ਚ ਵਿਚਾਰਿਆ ਗਿਆ, ਫਿਰ ਬਰਖਾਸਤ ਕਰਨ ਦੀ ਹਿੰਮਤ ਕਿਉਂ ਨਹੀਂ ਹੋਈ, ਸਸਪੈਂਡ ਕਿਉਂ ਕੀਤਾ? ਸਹੀ ਹੈ, ਇਹ ਵੀ ਹਿਸਾਬ ਲਾਉਣ ਦੀ ਲੋੜ ਹੈ। ਅਸਲ 'ਚ ਸੁਰਜੀਤ ਸਿੰਘ ਰੱਖੜਾ ਇਕੱਲੇ ਲੀਡਰ ਨਹੀਂ ਸੀ, ਫਾਈਨਾਂਸਰ ਵੀ ਸੀ ਇਹਨਾਂ ਦੇ।
ਉਹਦੇ ਤੇ ਵੀ ਮਾਰ ਪਈ ਹੈ ਕਿ ਅਜੇ ਵੀ ਕੋਈ ਗੁੰਜਾਇਸ਼ ਰੱਖਣਾ ਚਾਹੁੰਦੇ ਨੇ ਕਿ ਮਾੜਾ ਮੋਟਾ ਦੇਖ ਲਓ ਜੀ ਸਰਦਾ। ਚਲੋ, ਪਰ ਪੁਨਰ ਸਰਜੀਤ ਜਿਹੜੇ ਸਿਧਾਂਤਾਂ ਤੋਂ ਉੱਠ ਕੇ ਆਇਆ ਸੀ, ਜਿਹੜਾ ਹਵਾਲਾ ਦੇ ਕੇ ਆਇਆ ਸੀ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਜੀ, ਉਹਨਾਂ ਦੇ ਕਹਿਣ ਅਨੁਸਾਰ ਜੀ, ਅਸੀਂ ਜੀ ਇੰਨੇ ਲੱਖ ਮੈਂਬਰਸ਼ਿਪ ਕਰਕੇ ਜੀ, ਇਸ ਤਰ੍ਹਾਂ ਕਰਕੇ ਜੀ, ਯਾਨੀ ਹਰਪ੍ਰੀਤ ਸਿੰਘਾਂ ਦੇ ਮੈਂ ਤਾਂ ਉਸ ਗੱਲ ਤੇ ਖੜਾ ਵੀ ਮੈਂ ਤਾਂ ਚੋਣ ਨਹੀਂ ਲੜਨੀ, ਮੈਂ ਤਾਂ ਸੀਐਮ ਦਾ ਦਾਅਵੇਦਾਰ ਨਹੀਂ। ਤੁਸੀਂ ਦੇਖੋ ਕਿ ਆਪਾਂ ਪੰਜਾਬ ਬਚਾਉਣ ਲਈ ਲੜਨਾ ਹੈ ਕਿ ਸਿਰਫ ਚੋਣਾਂ ਜਿੱਤਣ ਲਈ ਲੜਨਾ। ਤੇ ਇਸ ਨੁਕਤੇ ਤੇ ਕਈ ਲੀਡਰਾਂ ਨੇ, ਚਾਹੇ ਬੀਬੀ ਜਗੀਰ ਕੌਰ ਹੈ, ਚਾਹੇ ਪ੍ਰਿੰਸ ਸਿੰਘ ਚੰਦੂਮਾਜਰਾ, ਚਾਹੇ ਕੀ ਹੋਰ ਹੈ, ਕਈਆਂ ਨੇ ਜਦੋਂ ਕਹਿੰਦੇ ਐ ਕਿਵੇਂ ਤੁਸੀਂ ਕਹਿ ਦਿੰਦੇ ਹੋ ਚੋਣ, ਅਸੀਂ ਚੋਣੇ ਲੜਨ ਦਾ ਹੈ। ਅੱਛਾ। ਤੇ ਕਹਿੰਦੇ ਤੁਸੀਂ ਕਦੇ ਕਹਿੰਦੇ ਹੋ ਬਾਦਲਾਂ ਨਾਲ ਸੀ, ਉਹਨਾਂ ਨਾਲ ਸੀ। ਬੀਬੀ ਜਗੀਰ ਕੌਰ ਕਹਿੰਦੀ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲਈ, ਗੁਨਾਹ ਮੰਨ ਲਏ ਤੇ ਸਾਨੂੰ ਸੇਵਾ ਲੱਗ ਲਈ, ਅਸੀਂ ਉਹ ਪੂਰੀ ਕਰ ਲਈ, ਫਿਰ ਸਿੱਖ ਕੌਮ ਦੇ ਸਿਧਾਂਤਾਂ ਅਨੁਸਾਰ ਸਾਡੇ ਤੇ ਉਂਗਲ ਕਿਉਂ? ਕਹਿੰਦੀ ਕੀ ਇਹ ਦਿਨ ਕਹਿੰਦੇ ਨੇ, ਕਹਿੰਦਾ ਲੋਕਾਂ ਨੇ ਪਰੇ ਕਰਤੇ ਜੀ, ਲੋਕਾਂ ਨੇ ਉਹ ਕਰਤੇ ਜੀ। ਕਹਿੰਦੀ ਸਹੀ ਹੈ, ਐ ਨਹੀਂ ਅਸੀਂ ਪਿੱਛੇ ਹਟਦੇ, ਕਹਿੰਦੀ ਅਸੀਂ ਤਾਂ ਚੋਣ ਲੜਨੇ ਆਏ ਆ। ਪ੍ਰੇਮ ਸਿੰਘ ਚੰਦੂਮਾਜਰਾ ਕਹਿੰਦਾ ਵੀ ਚਲੋ ਆਪਾਂ ਅੰਦੋਲਨ ਵਿੱਢ ਲਓ, ਫਿਰ ਕਿ ਐਸਜੀਪੀਸੀ ਦੀਆਂ ਚੋਣਾਂ ਬਾਹਰ ਹੋਣੀਆਂ ਚਾਹੀਦੀਆਂ। ਚਲੋ ਦਿੱਲੀ ਨੂੰ ਚੱਲਦੇ ਆ, ਅਮਿਤ ਸ਼ਾਹ ਨੂੰ ਚੱਲਦੇ ਆ, ਆਪਾਂ ਲਾ ਲਓ, ਬਾਕੀ ਦਾ ਲਾ ਆਪਣੇ ਮਗਰ ਆ ਜਾਣਗੇ, ਫਿਰ ਏਦਾਂ ਕਰ ਲਓ। ਸਹੀ ਹੈ। ਫਿਰ ਗੱਲ ਆਈ ਕਿ ਚਲੋ ਜੀ 2027 ਵਾਲੀ ਗੱਲ ਹੈ, ਫਿਰ ਆਪਣਾ ਕੀ ਬਣਿਆ ਜੀ? ਆਪਾਂ ਤਾਂ ਗਏ ਸੀਗੇ ਉਧਰ ਨੂੰ, ਵਾਪਸ ਪੰਜਾਬ ਦੇ ਵਾਲੇ ਪਾਸੇ। 4 ਮੈਂਬਰੀ ਕਮੇਟੀ ਬਣੀ ਸੀ ਪ੍ਰਵੀਨ ਜੀ, 4 ਮੈਂਬਰ ਇਧਰੋਂ ਪੁਨਰ ਸਰਜੀਤ ਦੇ, 4 ਮੈਂਬਰ ਵਾਪਸ ਪੰਜਾਬ ਦੇ। 8 ਮੈਂਬਰਾਂ ਨੇ ਨੁਕਤਾ ਸਾਂਝਾ ਕਰਨਾ ਸੀਗਾ ਆਪਾਂ ਕਿਵੇਂ ਕਰੀਏ। ਹੁਣ 4 ਮੈਂਬਰ ਵਾਪਸ ਪੰਜਾਬ ਦੇ ਨੇ, 4 ਮੈਂਬਰ ਜਿਹੜੇ ਪੁਨਰ ਸਰਜੀਤ ਦੇ ਨੇ, ਉਹਨਾਂ ਚੋਂ 2 ਇੱਕ ਤਰ੍ਹਾਂ ਨਾਲ ਵਾਪਸ ਪੰਜਾਬ ਦੇ ਬਣ ਚੁੱਕੇ ਨੇ, ਮਨਪ੍ਰੀਤ ਯਾਲੀ ਤੇ ਇਕਬਾਲ ਸਿੰਘ ਝੁੰਦਾ। ਜੀ ਠੀਕ ਹੈ। ਉਹ 4 ਮੈਂਬਰਾਂ ਚੋਂ ਜਿਹੜੇ ਇਧਰੋਂ ਸੀ, ਇਹ ਤੋਂ ਬਿਨਾਂ ਗੁਰਪ੍ਰਤਾਪ ਬਡਾਲਾ ਤੇ ਸੁੱਚਾ ਸਿੰਘ ਛੋਟੇਪੁਰੇ 4 ਮੈਂਬਰ ਸੀ। ਹੁਣ ਮਨਪ੍ਰੀਤ ਯਾਲੀ ਤੇ ਕਹਿੰਦੇ ਇਕਬਾਲ ਸਿੰਘ ਝੁੰਦਾ ਉਧਰ ਡੱਕਾ ਛੱਡਦੇ ਨੇ। ਮਨਪ੍ਰੀਤ ਯਾਲੀ ਤਾਂ ਉਹਨਾਂ ਦੀ ਸਟੇਜਾਂ ਤੇ ਮੁਰਲੀ ਕਤਾਰ ਚ ਨੇ, ਇੱਧਰ ਕਹਿੰਦੇ ਮੀਟਿੰਗ 'ਚ ਵੀ ਨਹੀਂ ਆਉਂਦੇ। ਤੇ ਕਈ ਕਹਿੰਦੇ ਜੀ ਮਨਪ੍ਰੀਤ ਯਾਲੀ ਸੱਤਾਧਾਰੀ ਧਿਰ ਨਾਲ ਜਾ ਸਕਦੇ ਜੀ, ਬੀਜੇਪੀ ਨਾਲ ਜਾ ਸਕਦੇ ਆ, ਪਰ ਮਾਹਿਰਾਂ ਦਾ ਮੰਨਣਾ ਕਿ ਨਹੀਂ, ਉਹ ਜਾਂ ਘਰੇ ਬੈਠਣਗੇ ਜਾਂ ਅਕਾਲੀ ਸਿਆਸਤ, ਪੰਥਕ ਸਿਆਸਤ ਕਰਨਗੇ ਜੀ। ਤੇ ਫਿਰ ਉਹ ਇਹਦਾ ਮਤਲਬ ਉਹ ਜੇ ਵਾਰਸ ਪੰਜਾਬ ਵਾਲੇ ਪਾਸੇ ਜਾਂਦੇ ਆ ਤੇ ਫਿਰ ਇਹ ਬਾਕੀ ਧਿਰਾਂ ਕੀ ਕਰਨਗੀਆਂ? ਫਿਰ ਕਹਿੰਦੇ ਵੀ ਗੱਠਜੋੜ ਵਾਲੀ ਗੱਲ, ਕਹਿੰਦੇ ਵੀ ਗੱਠਜੋੜ ਤਾਂ ਐ ਹੁੰਦਾ ਕਿ ਠੀਕ ਹੈ ਵੀ ਇੰਨੀਆਂ ਸੀਟਾਂ ਤੁਸੀਂ ਲੜ ਲਓ, ਇੰਨੀਆਂ ਤੇ ਅਸੀਂ ਲੜ ਲਾਂਗੇ। ਚੋਣ ਮੈਨੀਫੈਸਟੋ ਚ ਕੁਝ ਮਸਲੇ ਸਾਂਝੇ ਹੋਣ, ਕੁਝ ਆਪੋ ਆਪਣੀ ਰਾਏ ਰੱਖੋ, ਤਾਂ ਕਿ ਆਪਣੀ ਆਪਣੀ ਹੋਂਦ ਵੀ ਰਵੇ, ਹੈਨਾ, ਆਪਣਾ ਆਪਣਾ ਫਾਰਮੂਲਾ ਵੀ ਰਵੇ ਤੇ ਗੱਠਜੋੜ ਵੀ ਹੋਵੇ, ਸਾਂਝੇ ਫਾਰਮੂਲੇ। ਪਰ ਕਹਿੰਦੇ ਕਿ ਵਾਰਸ ਪੰਜਾਬ ਦੇ ਤਾਂ ਕਹਿੰਦੇ ਵੀ ਕਿ ਟਿਕਟ ਵੀ ਸਾਡੀ, ਚੋਣ ਨਿਸ਼ਾਨ ਵੀ ਸਾਡਾ, ਝੰਡਾ ਵੀ ਸਾਡਾ, ਠੀਕ ਆ, ਤੁਸੀਂ ਆਪਣਾ ਨਾਂ ਰੱਖ ਲਓ ਜਿਹੜਾ ਰੱਖੀ ਰੱਖਣਾ। ਕਹਿੰਦੇ ਕਿ ਇਹਦਾ ਮਤਲਬ ਤਾਂ ਉਹ ਸਾਡੀ ਹੋਂਦ ਖਤਮ ਕਰ ਰਹੇ ਨੇ, ਅਸੀਂ ਨਹੀਂ ਜਾਂਦੇ। ਇਹ ਕੱਲ ਮੁੱਦਾ ਬੈਠਕ ਚ ਖਾਸਾ ਹਗਾਮੇਦਾਰ ਰਿਹਾ। ਠੀਕ ਹੈ ਕਿ ਵਾਰਸ ਪੰਜਾਬ ਸ਼ਰਤ ਆਧਾਰਿਤ ਗੱਠਜੋੜ ਕਰ ਰਿਹਾ, ਤੇ ਉਹਦੇ ਵਿੱਚ ਉਹਨਾਂ ਦੀ ਪਹਿਲੀ ਸ਼ਰਤ ਹੈ ਕਿ ਤੁਹਾਨੂੰ ਅੰਮ੍ਰਿਤਪਾਲ ਸਿੰਘ ਨੂੰ ਇਹ ਸੀਐਮ ਦਾ ਚਿਹਰਾ ਮੰਨਣਾ ਪਊ। ਸਹੀ ਹੈ। ਤੁਹਾਨੂੰ ਸਾਡੀ ਟਿਕਟਾਂ ਦੇ ਉੱਤੇ ਸਾਡੇ ਚੋਣ ਨਿਸ਼ਾਨ ਤੇ ਚੋਣ ਲੜਨੀ ਪਊਗੀ। ਜਿੰਨੇ ਬੰਦੇ ਦੇਣੇ ਆਪਣੇ ਦੇ ਦਿਓ, ਉਹਨਾਂ ਨੂੰ ਟਿਕਟਾਂ ਦੇ ਦਾਂਗੇ। ਤੇ ਇਹ ਤੁਹਾਨੂੰ ਬਾਦਲ ਦਲ ਦੇ ਨਾਲ ਰਹੇ ਬੀਬੀ ਜਗੀਰ ਕੌਰ, ਚੰਦੂਮਾਜਰੇ ਵਰਗੇ ਲੀਡਰਾਂ ਨੂੰ ਪਿੱਛਾ ਰੱਖ ਕੇ ਆਉਣਾ ਪਊਗਾ। ਤੇ ਇਸ ਲਈ ਕੁੱਲ ਮਿਲਾ ਕੇ ਇਹਦੇ ਉੱਤੇ ਸਹਿਮਤੀ ਨਹੀਂ ਬਣੀ। ਤੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਤੁਸੀਂ ਗੱਠਜੋੜ ਲਈ ਕਾਲੇ ਨਹੀਂ ਹੋ। ਸੱਚਾਈ ਤਾਂ ਇਹ ਆ ਕਿ ਬਹੁ ਗਿਣਤੀ ਪੁਨਰ ਸਰਜੀਤ ਵਾਲੇ ਲੀਡਰ ਬੀਜੇਪੀ ਨਾਲ ਗੱਠਜੋੜ ਚਾਹੁੰਦੇ ਨੇ। ਅੱਛਾ। ਜਾਂ ਵਾਪਸ ਮੁੜਨਾ ਚਾਹੁੰਦੇ ਨੇ ਕਿ ਅਕਾਲੀ ਦਲ ਕਹਿੰਦੀ ਵਾਪਸ ਮੁੜ ਜਾਈਏ, ਫਿਰ ਇਕੱਠੇ ਹੋ ਜਾਈਏ ਉਧਰ ਨੂੰ, ਹੈ ਨਾ। ਇਹ ਸਾਰੀ ਸਥਿਤੀ ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਕਹਿੰਦਾ ਪਹਿਲਾਂ ਆਪਣੀਆਂ ਲੱਤਾਂ 'ਚ ਤਾਂ ਜਾਨ ਪੈਦਾ ਕਰ ਲਓ। ਜੇ ਤੁਹਾਡੀਆਂ ਲੱਤਾਂ 'ਚ ਜਾਨ ਹੋਊਗੀ, ਤੁਰਨ ਦਾ ਪੈਂਡਾ ਤੈਅ ਕਰਨ ਦੀ ਹਿੰਮਤ ਹੋਊਗੀ, ਆਹ ਗੱਠਜੋੜ ਕਰਨ ਵਾਲੇ ਥੋੜੇ ਮਗਰ ਆਉਣਗੇ। ਹੁਣ ਤੁਸੀਂ ਮਗਰ ਫਿਰਦੇ ਹੋ ਜੀ। ਸਹੀ ਹੈ। ਸੋ ਇਸ ਲਈ ਕੁੱਲ ਮਿਲਾ ਕੇ ਗੱਠਜੋੜ ਤਾਂ ਨਹੀਂ ਹੁੰਦਾ ਦਿਖ ਰਿਹਾ ਹੁਣ ਵਾਰਸ ਪੰਜਾਬ ਦੇ ਤੇ ਪੁਨਰ ਸਰਜੀਤ ਦੇ ਵਿੱਚ। ਤੇ ਫਿਰ ਕੀ ਬੀਜੇਪੀ ਨਾਲ ਹੋਊਗਾ ਕਿ ਇੰਨੀ ਲੱਤਾਂ 'ਚ ਜਾਨ ਪੈਦਾ ਕਰ ਲੈਣਗੇ ਜੋ ਆਪ ਇਹਨਾਂ ਕੋਲ ਆ ਜਾਣ, ਜਾਂ ਫਿਰ ਉਹ ਇਹਨਾਂ ਨੂੰ ਟੂਲ ਵਜੋਂ ਵਰਤ ਕੇ ਉਹ ਵੀ ਤੁਰ ਜਾਣਗੇ ਜੀ। ਜਾਂ ਫਿਰ ਹੁਣ ਇਹ ਮੰਨ ਲਈਏ ਕਿ ਆਹ ਬੈਠਕ ਤੋਂ ਬਾਅਦ ਅਗਲੀ ਬੈਠਕ ਬਸ ਫਤਿਹ ਬੁਲਾਉਣ ਲਈ ਹੋਊਗੀ ਕਿ ਨਿਬੜ ਚੱਲਿਆ, ਅਕਾਲੀ ਦਲ ਦਾ ਖਿਲਾਰਾ ਪੈ ਗਿਆ। ਬਹੁਤ ਕੁਛ ਹੁੰਦਾ, ਟੁੱਟ ਭੱਜਿਆ ਜੇ ਦੇਖੋਗੇ ਤੁਸੀਂ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਕਿਸਾਨੀ ਦੀ। ਕਹਿੰਦੇ ਹੁਣ ਜਿਹੜੇ ਕਿਸਾਨੀ ਦੇ ਪਿੱਛੇ ਲੋਕ 2022-23 ਦੇ ਵਿੱਚ ਫਿਰਦੇ ਸੀਗੇ ਜਦੋਂ ਚੋਣਾਂ ਹੋਈਆਂ, ਕਿਉਂਕਿ ਉਦੋਂ ਉਹ ਕਿਸਾਨ ਅੰਦੋਲਨ ਜਿੱਤ ਕੇ ਆਏ ਸੀਗੇ, ਹੁਣ ਕਹਿੰਦੇ ਸਿਆਸੀ ਦਲਾਂ ਦਾ ਕਿਸਾਨੀ ਏਜੰਡਾ ਹੀ ਨਹੀਂ ਰਹੀ ਜੀ। ਪ੍ਰਵੀਨ ਜੀ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦਾ ਅਰਥਚਾਰਾ ਖੇਤੀ ਦੇ ਆਧਾਰ ਤੇ ਘੁੰਮਦਾ। ਸਹੀ ਹੈ, ਬਿਲਕੁਲ ਜੀ। ਹਾੜੀ ਸੋਣੀ ਸਾਡੀ ਇਕਨੋਮੀ ਕਾਫੀ ਉੱਪਰ ਜਾਂਦੀ ਹੈ, ਬਾਜ਼ਾਰਾਂ 'ਚ ਰੌਣਕ ਆਉਂਦੀ ਹੈ। ਇਹਦਾ ਮਤਲਬ ਇਹ ਇਕੱਲਾ
ਖੇਤ ਨਾਲ ਸੰਬੰਧ ਨਹੀਂ ਹੈਗਾ ਕਿ ਇਕੱਲਾ ਜਿਹੜਾ ਖੇਤ ਦਾ ਮਾਲਕ ਹੈ ਉਹਦੇ ਰਾਹੀਂ ਉਹਦਾ ਹੀ ਮਸਲਾ ਹੈ। ਇਹ ਉਸ ਖੇਤ 'ਚ ਕੰਮ ਕਰਨ ਵਾਲੇ ਮਜ਼ਦੂਰ ਨੂੰ ਵੀ ਆਰਥਿਕ ਮਜ਼ਬੂਤੀ ਦਿੰਦਾ, ਉਸ ਸੰਦਾਂ ਦੇ ਰਾਹੀਂ ਜਿਹੜੇ ਉਹਦੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਮਜ਼ਬੂਤੀ ਦਿੰਦਾ, ਹੱਟੀ ਦੁਕਾਨਦਾਰ ਵਾਲਾ ਹੈ ਨਾ, ਬਜਾਜੀ ਵਾਲਾ, ਉਹਨਾਂ ਸਾਰਿਆਂ ਨੂੰ ਵੀ ਹੈ ਨਾ। ਇਹ ਸਾਰਾ ਇੱਕ ਪੰਜਾਬ ਦਾ ਇੱਕ ਸਰਕਲ ਹੈ ਜੀ। ਬਿਲਕੁਲ। ਹੁਣ ਉਸ ਸਰਕਲ ਨੂੰ ਸਮਝਣ ਦੇ ਲਈ ਇਹਦਾ ਮਤਲਬ ਰਾਜਨੀਤਿਕ ਧਿਰਾਂ ਖੇਤੀ ਨੂੰ ਅਣਦੇਖਾ ਕਰਕੇ ਨਹੀਂ ਚੱਲ ਸਕਦੀਆਂ। ਜੀ ਜੀ, ਸਹੀ ਹੈ। ਪੰਜਾਬ ਦੇ ਵਿੱਚ ਕਹਿੰਦੇ ਕਹਾਉਂਦੇ ਲੀਡਰ ਆਪਣੇ ਆਪ ਨੂੰ ਕਿਸਾਨ ਲੀਡਰ ਕਹਾਉਂਦੇ ਰਹੇ ਨੇ ਤੇ ਪੈਰਵੀ ਕਰਦੇ ਆਏ ਨੇ ਕਿ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਅਸੀਂ ਖੇਤੀ ਦੀ ਗੱਲ ਕਰਦੇ ਹਾਂ, ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ। ਸਹੀ ਹੈ, ਬਿਲਕੁਲ ਜੀ। ਅੱਜ 2026 ਦੇ ਮਈ ਮਹੀਨੇ 'ਚ ਪ੍ਰਵੀਨ ਜੀ, ਤੁਸੀਂ, ਮੈਂ, ਸਾਡੇ ਸਰੋਤੇ ਉਂਗਲਾਂ ਤੇ ਗਿਣ ਕੇ ਦੱਸ ਦੇਣਗੇ ਕੋਈ ਇੱਕ ਲੀਡਰ ਹੁਣ ਚੇਤੇ ਆਉਂਦਾ ਜਿਹੜਾ ਪੰਜਾਬ 'ਚ ਕਿਸਾਨ ਲੀਡਰ ਹੋਵੇ, ਜਿਹੜਾ ਰਾਜਨੀਤਿਕ ਲੀਡਰ। ਸਹੀ ਹੈ, ਬਿਲਕੁਲ ਜੀ। ਰਾਜਨੀਤਿਕ ਕੋਈ ਆਗੂ, ਇੱਕ ਵੀ ਬੰਦਾ ਜਿਹੜਾ ਕਿਸਾਨੀ ਦੀ ਬਾਤ ਪਾਉਂਦਾ ਹੋਵੇ, ਕਿਸਾਨੀ ਮਸਲਿਆਂ ਦਾ ਜ਼ਿਕਰ ਕਰਦਾ ਹੋਵੇ, ਕਿਸਾਨੀ ਮੁੱਦਿਆਂ ਤੇ ਲੜਾਈ ਦੀ ਗੱਲ ਕਰਦਾ ਹੋਵੇ, ਪਾਰਟੀ ਦਾ ਬਹੁਤ ਦੂਰ ਦੀ ਗੱਲ ਛੱਡ ਦੋਗੇ। ਜੀ ਜੀ, ਸਹੀ ਹੈ। ਜਥੇਬੰਦੀਆਂ ਲੜ ਰਹੀਆਂ ਤੇ ਜਿਹੜਾ ਉਹਨਾਂ 'ਚ ਕੋਈ ਰਾਜਨੀਤੀ ਨੂੰ ਜਾਣ ਨੂੰ ਕੋਸ਼ਿਸ਼ ਕਰਦਾ, ਉਹਦੀਆਂ ਲੱਤਾਂ ਖਿੱਚ ਲੈਂਦੇ ਨੇ। ਡੱਡੂ ਵਾਲੀ ਕਹਾਣੀ ਕਿ ਖੂਹ 'ਚੋਂ ਕਿਸੇ ਨੂੰ ਨਿਕਲਣ ਨਹੀਂ ਦੇਣਾ। ਸਹੀ ਹੈ ਜੀ, ਹੈ ਨਾ। ਬਿਲਕੁਲ। ਤੇ ਰਾਜਨੀਤਿਕ ਧਿਰਾਂ ਨੇ, ਜੇ ਜਥੇਬੰਦੀਆਂ ਨੇ ਤੈਅ ਕੀਤਾ ਕਿ ਨਹੀਂ ਜਾਣਾ ਰਾਜਨੀਤੀ 'ਚ, ਪਰ ਕੋਈ ਤਾਂ ਰਾਜਨੀਤਿਕ ਧਿਰ ਗੱਲ ਕਰੇ ਕਿ ਮਜ਼ਦੂਰਾਂ ਦੀ, ਖੇਤ ਮਜ਼ਦੂਰਾਂ ਦੀ, ਬੇਜ਼ਮੀਨਿਆਂ ਦੀ, ਕਿਸਾਨਾਂ ਦੀ ਅਸੀਂ ਗੱਲ ਕਰਦੇ ਹਾਂ। ਅਗਲਿਆਂ ਨੇ ਮਨਰੇਗਾ ਖਤਮ ਕਰਤੀ, ਦੱਸੋ ਕੌਣ ਕੁਛ ਕਰਿਆ? ਕੋਈ ਵੀ ਨਹੀਂ। ਆ ਜੀ ਰਾਮ ਜੀ ਕਹਿੰਦੇ ਆ ਗਈ। ਜੀ ਰਾਮ ਜੀ ਤਾਂ ਚੱਲੂ ਜੇ ਪੰਜਾਬ ਸਰਕਾਰ 40% ਪਾਊਗੀ, ਇਹਨਾਂ ਦਾ 10% ਨਹੀਂ ਪੈਂਦਾ। 40% ਕਿੱਥੋਂ ਪਾ ਲੈਣਗੇ, ਕਿੱਥੋਂ ਮਿਲੂਗੀ? ਜੀ ਸਹੀ ਹੈ, ਬਿਲਕੁਲ। SKM ਨੇ ਕੱਲ ਪਹਿਲ ਕੀਤੀ ਕਿ ਅਸੀਂ ਜੀ ਚੰਡੀਗੜ੍ਹ ਆਉਨੇ ਆ। ਠੀਕ ਹੈ ਜੀ। ਅਸੀਂ ਰਾਜਪਾਲ ਦੀ ਕੋਠੀ ਦਾ ਘਿਰਾਓ ਕਰਨਾ। ਠੀਕ ਹੈ ਜੀ। ਘਿਰਾਓ ਵੀ ਕੀ ਹੈ ਕਿ ਅਸੀਂ ਰਾਜਪਾਲ ਨੂੰ ਮਿਲ ਕੇ ਆਪਣੇ ਮਸਲੇ ਰੱਖਣੇ। ਪੰਜਾਬ ਦੇ ਕਿਸਾਨ ਨੇ, ਪੰਜਾਬ ਦੀਆਂ ਜਥੇਬੰਦੀਆਂ ਨੇ, ਪੰਜਾਬ ਦੀ ਰਾਜਧਾਨੀ ਹੈ, ਪੰਜਾਬ ਦਾ ਰਾਜਪਾਲ ਹੈ, ਪਰ ਨਹੀਂ ਜਾ ਸਕਦੇ ਤੁਸੀਂ। ਮੋਹਾਲੀ ਦੀਆਂ ਬਰੂਹਾਂ ਤੇ ਤੁਹਾਡੇ ਲਈ ਬੈਰੀਕੇਡ ਲੱਗ ਗਏ ਜੀ। ਤੁਸੀਂ ਬੈਰੀਕੇਡ ਟੱਪ ਕੇ ਜਾਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੇ ਤੇ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ, ਤੁਹਾਡੇ ਤੇ ਪਾਣੀ ਦੀਆਂ ਵਿਛਾੜਾਂ ਹੁੰਦੀਆਂ ਨੇ, ਤੁਸੀਂ ਜ਼ਖਮੀ ਹੁੰਦੇ ਹੋ, ਡਿੱਗਦੇ ਹੋ, ਪਿਛਾਂ ਧੱਕੇ ਜਾਂਦੇ ਹੋ ਤੇ ਤੁਸੀਂ ਉੱਥੇ ਹੀ ਬਹਿ ਜਾਂਦੇ ਹੋ ਜੀ। ਫਿਰ ਆਉਂਦੇ ਆ ਜੀ ਕਿ ਆ ਜਾਓ ਜੀ, 10 ਬੰਦੇ ਦੇ ਦਿਓ ਜੀ, ਤੁਹਾਨੂੰ ਲੈ ਜਾਂਦੇ ਆ ਜੀ, ਮਿਲਾ ਦਿੰਦੇ ਆ ਜੀ, ਅਫਸਰ ਬੁਲਾ ਦਿੰਦੇ ਆ, ਮੈਮੋਰੈਂਡਮ ਦੇ ਦਿਓ। ਕਹਿੰਦੇ ਕੁਛ ਨਹੀਂ ਦੇਣਾ, ਅਸੀਂ ਨਹੀਂ ਦੇਣਾ ਮੰਗ ਪੱਤਰ, ਅਸੀਂ ਨਹੀਂ ਮਿਲਣਾ ਰਾਜਪਾਲ ਨੂੰ ਜੀ। ਜਦੋਂ ਅਸੀਂ ਆਏ ਸੀ, ਤੁਸੀਂ ਜਦੇ ਕਹਿੰਦੇ ਕਿ ਆਹ ਗਰਾਊਂਡ ਪਿਆ ਜੀ, ਇੱਥੇ ਬੈਠੋ, ਚਾਹ ਪਾਣੀ ਛਕੋ, ਸਾਡੇ ਨਾਲ ਚਲੋ, 2 ਗੱਡੀਆਂ ਜਿਹੜੇ ਲੀਡਰਾਂ ਨੂੰ ਜਾਣਾ ਸੀ ਮਿਲਾ ਲੈਣਾ। ਫਿਰ ਵੀ ਅਸੀਂ ਸਮਝੇ ਇੱਕ ਪਾਸੇ ਤੁਸੀਂ ਨੂੰ ਡਰਾਉਨੇ ਹੋ, ਸਹੀ ਹੈ, ਤੇ ਦੂਏ ਪਾਸੇ ਤੁਸੀਂ ਕਹਿੰਦੇ ਆ ਜਾਓ। ਹੁਣ ਨਹੀਂ, ਹੁਣ ਤਾਂ ਅਸੀਂ ਪੰਜਾਬ ਟੱਕਰਾਂਗੇ, ਆ ਜਾਓ। ਫਿਰ ਹੁਣ ਅਸੀਂ ਮੁਹਿੰਮ ਚਲਾਵਾਂਗੇ। ਕੀ ਇਹ ਮੁਹਿੰਮ BJP ਦੇ ਖਿਲਾਫ ਚੱਲੂਗੀ? ਕੀ ਇਹ ਮੁਹਿੰਮ BJP ਤੇ ਸੱਤਾਧਾਰੀ ਧਿਰ ਦੇ ਖਿਲਾਫ ਚੱਲੂਗੀ? ਜੀ ਜੀ, ਸਹੀ ਹੈ। ਕੀ ਕਿਸਾਨ ਅੰਦੋਲਨ ਚੋਂ ਜਿਹੜੀ ਇੱਕ ਧਿਰ ਖੱਟ ਕੇ ਲੈ ਗਈ ਸੀ, ਇਹ ਫੇਰ ਉਹਨੂੰ ਫਾਇਦਾ ਦੇ ਜਾਣਗੇ? ਉਸ ਸਮੇਂ ਕਈਆਂ ਨੇ ਅੰਦਰ ਖਾਤੇ ਨਾਲ ਸਾਥ ਦਿੱਤਾ ਬਿਲਕੁਲ। ਅੱਜ ਉਹਨਾਂ ਨੂੰ ਪੁੱਛ ਕੇ ਦੇਖ ਲਓ ਕੀ ਬਣਿਆ ਉਹਨਾਂ ਨਾਲ। ਹਾਂਜੀ, ਸਹੀ ਹੈ। ਹੁਣ ਉਹੀ ਟਰੈਡੀ ਚੋਰ ਕਹਿੰਦੇ ਫਿਰਦੇ ਨੇ। ਸੋ ਇਹ ਸਥਿਤੀ ਤੱਕ ਬਣੀ ਜੀ। ਸੋ ਕੱਲ ਜੋ ਵਿਵਹਾਰ ਪੰਜਾਬ ਦੀ ਰਾਜਧਾਨੀ ਦੀਆਂ ਬਰੂਹਾਂ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਹੋਇਆ, ਮੈਨੂੰ ਦੱਸ ਦਿਓ ਸੱਤਾਧਾਰੀ ਧਿਰ ਨੇ ਕਿਹਾ ਹੋਵੇ ਕਿ ਧੱਕਾ ਹੋ ਗਿਆ ਜੀ, ਨਿੰਦਾ ਵੀ ਕੀਤੀ ਹੋਵੇ? ਨਾ, ਬਿਲਕੁਲ ਵੀ। ਦੱਸ ਦਿਓ ਵਿਰੋਧੀ ਧਿਰ ਪ੍ਰਤਾਪ ਬਾਜਵਾ, ਰਾਜਾ ਵੜਿੰਗ ਜਾਂ 4-5 ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰ ਨੇ ਕਾਂਗਰਸੀ, ਉਹਨਾਂ ਚੋਂ ਕੋਈ ਬੋਲਿਆ ਹੋਵੇ? ਦੱਸ ਦਿਓ ਮੈਨੂੰ ਸੁਖਬੀਰ ਬਾਦਲ ਜਿਹੜਾ ਕਹਿੰਦਾ ਮੇਰਾ ਪਾਪਾ ਲੀਡਰ ਸੀਗਾ ਜੀ ਕਿਸਾਨਾਂ ਦਾ, ਅਸੀਂ ਕਿਸਾਨਾਂ ਦੀ ਰਾਜਨੀਤੀ ਕਰਦੇ ਹਾਂ, ਸੁਖਬੀਰ ਬਾਦਲ ਦਾ ਕੋਈ ਇਹੋ ਜਿਹਾ ਬਿਆਨ ਹੋਵੇ ਕਿ ਧੱਕਾ ਹੋ ਗਿਆ? ਜਾਂ ਕੋਈ ਧਿਰ ਆ ਕੇ ਬੈਠਦੀ ਹੋਵੇ ਕਿਸਾਨਾਂ ਨਾਲ ਕਿ ਅਸੀਂ ਸਟੇਜ ਲੈਣ ਨਹੀਂ ਆਏ, ਅਸੀਂ ਤੁਹਾਡੇ ਨਾਲ ਹੈਗੇ ਹਾਂ? ਦੱਸੋ ਮੈਨੂੰ ਜੀ। ਸਹੀ ਹੈ। ਸੋ ਪੰਜਾਬ ਦੇ ਵਿੱਚ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਕਿਸਾਨਾਂ ਦੀ ਅਣਦੇਖੀ ਕਰਕੇ ਜੇ ਕੋਈ ਚੱਲਣਾ ਚਾਹੁੰਦਾ ਹੈ ਤਾਂ ਫਿਰ ਜਥੇਬੰਦੀਆਂ ਨੂੰ ਸੋਚਣਾ ਪੈਣਾ। ਸਹੀ ਹੈ। ਰਾਜਨੀਤੀ ਕੱਲੀ ਚੋਣ ਲੜਨਾ ਨਹੀਂ ਹੁੰਦੀ, ਕਿਉਂਕਿ ਕਿਸਾਨ ਜਥੇਬੰਦੀਆਂ ਕੱਲੀ ਖੇਤੀ ਦੀ ਗੱਲ ਨਹੀਂ ਕਰਦੀਆਂ, ਉਹ ਪੰਜਾਬ ਤੇ ਹੋਂਦ ਦੀ ਗੱਲ ਵੀ ਨਾਲ ਕਰਦੀਆਂ ਬਿਲਕੁਲ। ਉਹ ਪਾਣੀ ਦੀ ਜੇ ਗੱਲ ਕਰਦੀਆਂ, ਸਾਫ਼ ਪਾਣੀ ਦੀ ਜੇ ਗੱਲ ਕਰਦੀਆਂ, ਜੇ ਉਹ ਜ਼ਹਿਰੀਲੇ ਪਾਣੀ ਦੀ ਗੱਲ ਕਰਦੀਆਂ, ਜੇ ਨਹਿਰੀ ਦਰਿਆਈ ਪਾਣੀ ਦੀ ਵੰਡ ਦੀ ਗੱਲ ਕਰਦੀਆਂ, ਤਾਂ ਸਮੁੱਚੇ ਪੰਜਾਬ ਦਾ ਮਸਲਾ ਹੈ। ਜੇ ਉਹ ਚੰਡੀਗੜ੍ਹ ਦੀ ਗੱਲ ਕਰਦੀਆਂ, ਜੇ ਉਹ ਵਪਾਰ ਸਮਝੌਤੇ ਦੀ ਅਮਰੀਕਾ ਵਾਲੇ ਦੀ ਨਿੰਦਾ ਕਰਦੀਆਂ, ਤਾਂ ਸਮੁੱਚੇ ਦੇਸ਼ ਦਾ ਮਸਲਾ ਹੈ। ਮੈਂ ਕਹਿੰਦਾ ਲੱਖ ਖਾਮੀਆਂ ਨੇ ਉਹਨਾਂ ਜਥੇਬੰਦੀਆਂ ਤੋਂ, ਪਰ ਤਾਂ ਵੀ ਸਰਕਾਰਾਂ ਨੂੰ ਸਵਾਲ ਤਾਂ ਕਰ ਰਹੀਆਂ ਨੇ ਉਹ, ਤੇ ਪਰ ਹੁਣ ਉਹਨਾਂ ਤੋਂ ਇੱਕ ਕਦਮ ਅੱਗੇ ਜਾਣਾ ਪਊਗਾ ਮੈਨੂੰ ਲੱਗਦਾ। ਜੀ ਮੈਨੂੰ ਨਹੀਂ ਪਤਾ ਮੈਂ ਠੀਕ ਹੈ ਜਾਂ ਗਲਤ ਹਾਂ, ਪਰ ਮੈਂ ਮਹਿਸੂਸ ਕਰਦਾ ਪ੍ਰਵੀਨ ਜੀ ਕਿ ਜਥੇਬੰਦੀਆਂ ਦੀ, ਕਿਸਾਨਾਂ ਦੀ ਜੇ ਰਾਜਨੀਤਿਕ ਧਿਰਾਂ ਬਾਂਹ ਨਹੀਂ ਫੜਦੀਆਂ ਨਾ, ਤਾਂ ਰਾਜਨੀਤਿਕ ਧਿਰਾਂ ਦੀ ਬਾਂਹ ਮਰੋੜਨੀ ਜ਼ਰੂਰ ਪਊਗੀ ਹੁਣ ਇਹਨਾਂ ਨੂੰ। ਸਹੀ ਹੈ, ਬਿਲਕੁਲ ਜੀ। ਪ੍ਰਕਾਸ਼ ਸਿੰਘ ਬਾਦਲ ਤਾਂ ਖੁਦ ਨੂੰ ਕਿਸਾਨਾਂ ਦੇ ਮਸੀਹਾ ਦੱਸਦੇ ਹੁੰਦੇ ਸੀਗੇ।
ਤੇ ਅੱਜ ਉਹਨਾਂ ਦੀ ਪਾਰਟੀ ਕੁਸਕੀ ਤੱਕ ਨਹੀਂ ਗੀ। ਤੇ ਜਾਂਦੇ ਗੱਲ ਕਰੀਏ ਕੇਜਰੀਵਾਲ ਦੀ, ਕੇਜਰੀਵਾਲ ਉੱਤੇ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਹੋ ਗਿਆ ਜੀ। ਪ੍ਰਵੀਨ ਜੀ, ਕੇਜਰੀਵਾਲ ਕਹਿੰਦਾ ਅੱਜ ਦੀ ਸਦੀ ਦਾ ਗਾਂਧੀ ਮੈਂ ਹੀ ਜੰਮਿਆ, ਕਹਿੰਦਾ ਬਸ। ਸਹੀ ਹੈ। ਮਹਾਤਮਾ ਗਾਂਧੀ ਨਾਲ ਕਈ ਸਹਿਮਤ ਹੋਣ, ਕਈ ਅਸਹਿਮਤ ਹੋਣ, ਇਹ ਵੱਖਰਾ ਸਵਾਲ ਹੈ। ਪਰ ਉਹ ਜਦੋਂ ਵੀ ਕੋਈ ਮਸਲਾ ਆਉਂਦਾ ਤਾਂ ਕੇਜਰੀਵਾਲ ਜਦੇ ਰਾਜਘਾਟ ਨੂੰ ਭੱਜ ਲੈਂਦਾ। ਸਹੀ ਹੈ ਕਿ ਮੈਂ ਤਾਂ ਚੱਲਿਆ ਹੀ ਹੈ ਨਾ। ਤੇ ਹੁਣ ਉਹ ਕਹਿੰਦਾ ਜੀ ਮੈਂ ਸੱਤਿਆਗ੍ਰਹਿ ਕੀਤਾ, ਮੇਰਾ ਸੱਤਿਆਗ੍ਰਹਿ ਜਿੱਤ ਗਿਆ। ਅੱਛਾ। ਉਹ ਨਰੇਟਿਵ ਸਿਰਜ ਰਿਹਾ ਕਿ ਮੈਂ ਇੱਕ ਹਾਈ ਕੋਰਟ ਦੀ ਜੱਜ ਹੈ ਨਾ, ਜਸਟਿਸ ਸਵਰਨਾ ਕਾਂਤਾ ਸ਼ਰਮਾ, ਉਹਦੇ ਖਿਲਾਫ ਮੁਹਿੰਮ ਛੇੜੀ ਕਿ ਲਓ ਜੀ ਕਿ ਇਹਨੂੰ ਹਟਾਓ ਮੇਰੇ ਕੇਸ ਚੋਂ। ਲਓ ਜੀ ਕਹਿੰਦਾ ਮੈਂ ਜਿੱਤ ਗਿਆ ਜੀ, ਉਹ ਹਟ ਗਈ। ਹੁਣ ਉਹ ਬੀਬੀ ਕਹਿੰਦੀ ਮੈਂ ਹਟੀ ਨਹੀਂ। ਮੈਂ ਕਿਹਾ ਸੀਗਾ ਕਿ ਤੁਸੀਂ ਜਦੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਮੈਂ ਕਿਹਾ ਵੀ ਕਿ ਫੈਸਲਾ ਆਉਣ ਤੋਂ ਬਾਅਦ ਤੁਸੀਂ ਕੋਈ ਉਂਗਲ ਚੱਕਦੇ ਸਵਾਲ ਹੋਰ ਸੀ, ਤੁਸੀਂ ਪਹਿਲਾਂ ਕਿਵੇਂ ਕਹਿ ਰਹੇ। ਤੇ ਪਰ ਕਹਿੰਦੀ ਜਿਸ ਤਰ੍ਹਾਂ ਇਹਨਾਂ ਨੇ ਇਸ ਮਸਲੇ ਨੂੰ, ਅਦਾਲਤੀ ਮਸਲੇ ਨੂੰ ਸੋਸ਼ਲ ਮੀਡੀਆ ਤੇ ਇੱਕ ਨਰੇਟਿਵ ਬਣਾ ਕੇ ਜੁਡੀਸ਼ੀਅਲ ਦਾ ਮਜ਼ਾਕ ਤੇ ਅਪਮਾਨ ਕੀਤਾ, ਕਹਿੰਦੀ ਉਹ ਬਰਦਾਸ਼ਤ ਤੋਂ ਬਾਹਰ ਹੈ। ਇਸ ਲਈ ਮੈਂ ਇਸ ਕੇਸ ਤੋਂ ਪਰੇ ਹੋ ਰਹੀ ਹਾਂ, ਪਰ ਅੱਜ ਮੈਂ ਤੁਹਾਡੇ ਤੇ ਅਪਰਾਧਿਕ ਮਾਣਹਾਨੀ ਦਾ ਕੇਸ ਕਰ ਰਹੀ ਹਾਂ। ਸੋ ਇਹਦੇ ਵਿੱਚ ਤਰਗੇਸ਼ ਪਾਠਕ ਵੀ ਆ, ਇਹਦੇ ਵਿੱਚ ਸੰਜੇ ਸਿੰਘ ਵੀ ਆ, ਇਹ ਚ ਮਨੀਸ਼ ਸਿਸੋਦੀਆ ਵੀ ਤੇ ਅਰਵਿੰਦ ਕੇਜਰੀਵਾਲ ਵੀ ਆ। ਉਹ ਕਹਿੰਦੀ ਇਹ ਅਪਮਾਨ ਜੁਡੀਸ਼ੀਅਲ ਦਾ, ਕਿਉਂਕਿ ਸ਼ਰਾਬ ਘੁਟਾਲੇ ਦੇ ਮਾਮਲੇ ਚ ਕੇਜਰੀਵਾਲ ਐਂਡ ਪਾਰਟੀ ਹੇਠਲੀ ਅਦਾਲਤ ਚੋਂ ਬਰੀ ਹੋ ਕੇ ਆਈ ਹੈ। ਤੇ ਉਹਨਾਂ ਨੂੰ ਇਹ ਬਰੀ ਕੀ, ਉਹਨਾਂ ਨੂੰ ਕਿਹਾ ਕਿ ਕੇਸ ਹੀ ਨਹੀਂ ਬਣਦਾ। ਪਰ ਸੀਬੀਆਈ ਕੋਲ ਉੱਪਰਲੀ ਅਦਾਲਤ ਜਾਣ ਦਾ ਅਧਿਕਾਰ ਸੀ, ਉੱਪਰਲੀ ਅਦਾਲਤ ਚਲੀ ਗਈ ਤੇ ਕੇਜਰੀਵਾਲ ਨੂੰ ਇਹ ਮਨਜ਼ੂਰ ਨਹੀਂ ਹੋਇਆ। ਇਹ ਕਿਵੇਂ ਹੋ ਗਿਆ? ਉਹ ਕਾਲਾ ਕੋਟ ਪਾ ਕੇ ਵੀ ਗਿਆ, ਹੁਣ ਇਹ ਮਮਤਾ ਬੈਨਰਜੀ ਵੀ ਬਣਨ ਨੂੰ ਫਿਰਦਾ ਕੇਜਰੀਵਾਲ ਕਿ ਮੈਂ ਉਵੇਂ ਵੀ ਬਣ ਜਾਵਾਂ, ਹੈ ਨਾ। ਤੇ ਪਰ ਹੁਣ ਉਹਦੇ ਤੇ ਅਪਰਾਧਿਕ ਮਾਣਹਾਨੀ ਦਾ ਕੇਸ ਹੋ ਗਿਆ। ਹੁਣ ਇੱਥੇ ਵੀ ਮਾਫੀ ਨਾ ਮੰਗ ਲਵੇ, ਕਿਤੇ ਪਹਿਲਾਂ ਬਥੇਰੀਆਂ ਮਾਫੀਆਂ ਮੰਗੀਆਂ। ਹਾਂਜੀ, ਬਿਲਕੁਲ ਮਾਫੀਆਂ ਦਾ ਇਤਿਹਾਸ ਰਿਹਾ ਕੇਜਰੀਵਾਲ ਦਾ, ਇੱਕ ਰਿਕਾਰਡ ਆ ਮਾਫੀਆਂ ਦਾ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ।